हिमाचल च बीजेपी ने लगाई आम आदमी पार्टी च वड्डी सनाप। सूबा प्रधान अनूप केसरी समेत 3 वड्डे आगुआं ने फड़िया बीजेपी का भला। अनुराग ठाकुर बोले आप दे जाल दे विच नहीं फसणगे पहाड़ी। अनूप केसरी दे बीजेपी च शामिल होने पक्की सियासत। केजरीवाल बोले बीजेपी वालियां च आप दा खौफ जे ईमानदारी दे नाल नहीं करदे काम, जे ईमानदारी दे नाल करदे काम क्यों पैंदी दागियां नूं पार्टी दे विच शामिल कराउण दी लोड़। हरियाणा के मंत्री रणजीत चौटाला का पंजाब सरकार से बड़ा हमला कि आप सरकार के कोल सरहदी सूबेदार नहीं तजर्बा। 90% विधायकों ने नहीं वेखी विधानसभा। माता साहिब कौर फिल्म से एसजीपीसी ने जताया सख्त एतराज। क्या इतिहास को गलत ढंग से पेश किया गया। कमेटी तो नहीं लाई गई मंजूरी। 14 तरीक को रिलीज होनी है फिल्म। सुमेध सैनी नूं लैके मान सरकार ते कांग्रेस दा वार। सुखपाल खैरा बोले हाईकोर्ट दे विच नरमी दे नाल पेश किया गया केस। किस तरह बेअदबी केस च मिलेगा इंसाफ। सीएम दे निर्देशों ते सोमवार तो होएगा एक्शन। मोहाली जिले के 419 स्कूलों की होएगी जांच। फीस वसूली के रिकॉर्ड इकट्ठे करेगी टीम। शिमला च थोड़ी देर च बीजेपी प्रधान जेपी नड्डा का रोड शो। स्वागत के लिए अनाडेल ग्राउंड पहुंचे सीएम जयराम ठाकुर। वड्डी गिनती च भाजपा वर्कर भी पहुंचे। तरनतारन च 50 रुपए पिछे नौजवान का कतल। पिंड कलसियां च वारदात नूं अंजाम। पुलिस ने शुरू की जांच। आसमान चढ़े सब्जियां के भाव। 100 रुपए किलो के नेड़े पहुंचियां आम सब्जियां। नींबू के भाव ने नचोड़ी जेब। 300 रुपए किलो तक पहुंचिया रेट। कणक ते बोनस की मांग नूं लैके हरियाणा के किसानों का हल्ला बोल। सूबे भर च टोल प्लाजा ते लगाया मोर्चा। 1 बजे तक टोल रहणगे फ्री। बेल ते ਜਿਹੜੇ ਉਹ ਬਾਹਰ ਆਏ ਹੋਏ ਸੀਗੇ। ਸਰ ਉਮਰ ਦਾ ਵੇਰਵਾ ਕੀ ਸਾਰਾ ਹੈ? ਇਹਨਾਂ ਦੀ ਉਮਰ 25 26 ਤੋਂ ਲੈ ਕੇ 40 45 ਸਾਲ ਤੱਕ ਹੈਗੀ ਹੈ। ਤੇ ਸਰ ਜਿਹੜੇ ਕੋਈ ਆਪਣਾ ਜਿਹੜਾ ਮਾਝਾ ਬੈਲਟ ਹੈ ਇਹਦੇ ਵਿੱਚ ਹੀ ਕੋਈ ਵਾਰਦਾਤ ਕਰਨ ਦੀ ਵਾਰਦਾਤ ਤਰਨਤਾਰਨ ਵੀ ਕੀਤੀਆਂ ਪਹਿਲਾਂ ਜਿਹੜੇ ਹੋਏ ਆ ਪਰਚੇ ਦਰਜ ਆਪਣੇ ਇੱਥੇ ਅੰਮ੍ਰਿਤਸਰ ਰੂਰਲ ਅੰਮ੍ਰਿਤਸਰ ਦੇ ਵਿੱਚ। ਉਹ ਹੁਣ ਅੱਗੇ ਇਨਵੈਸਟੀਗੇਸ਼ਨ ਅਸੀਂ ਕਰਾਂਗੇ। ਜੋ ਚੀਜ਼ਾਂ ਹੋਰ ਸਾਹਮਣੇ ਆਉਣਗੀਆਂ ਉਹ ਤੁਹਾਨੂੰ ਦੱਸਿਆ ਜਾਏਗਾ। ਕੋਈ ਹੋਰ ਰਿਕਵਰੀ ਵੀ ਹੋਣ ਦੀ ਉਮੀਦ ਹੈ ਉਮੀਦ ਹੈਗੀ ਆ। ਹੁਣ ਇਨਵੈਸਟੀਗੇਸ਼ਨ ਦੇ ਵਿੱਚ ਆਪਾਂ ਦੇਖਾਂਗੇ ਸਾਰਾ। ਸਰ ਕੁਝ ਦਿਨ ਪਹਿਲਾਂ ਇੱਕ ਮੀਠਾ ਹਲਕੇ 'ਚ ਆੜਤੀਆਂ ਨੂੰ ਸੱਟ ਲਾ ਕੇ ਪੈਸੇ ਖੋਏ ਗਏ ਸਨ। ਹੈ ਨਿਕਲਿਆ ਲਿੰਕ ਜਿਨ੍ਹਾਂ 'ਚ ਕੋਈ FIR ਲੌਜ ਆਪਾਂ ਕਰ ਰਹੇ ਨੇ ਜੀ। ਉਹਦੇ ਵਿੱਚ ਜਲਦੀ ਅਸੀਂ ਜਿਹੜੇ ਬੰਦਿਆਂ ਨੇ ਕੰਮ ਕੀਤਾ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਜੀ। ਆ ਗਏ ਆ ਵੈਪਨ। ਪੁੱਛ ਯਾਰ ਕਿੱਥੇ ਰਹਿ ਗਿਆ। ਤੁਸੀਂ ਦੀਆਂ ਤਸਵੀਰਾਂ ਨੇ ਔਰ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਦੇ ਵਿੱਚ। ਕਿਸ ਤਰ੍ਹਾਂ ਦੇ ਨਾਲ ਗ੍ਰਿਫਤਾਰੀ ਹੋਈ ਹੈ। 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਸਾਫ਼ ਤੌਰ ਤੇ ਪੁਲਿਸ ਦਾ ਕਹਿਣਾ ਹੈ ਕਿ ਪਹਿਲਾਂ ਵੀ ਵਾਰਦਾਤਾਂ ਕਰ ਚੁੱਕੇ ਨੇ। ਇਹਨਾਂ ਤੇ ਪਰਚੇ ਦਰਜ ਨੇ। ਇਹਨਾਂ ਤੋਂ ਬਰਾਮਦਗੀ ਹੋਈ ਹੈ ਤਾਂ ਹੋਰ ਵੀ ਅੱਗੇ ਵੱਡੇ ਖੁਲਾਸੇ ਹੋਣ ਦੀ ਵੀ ਉਮੀਦ ਹੈ ਤੇ ਨਾਲ ਹੀ ਹੋਰ ਬਰਾਮਦਗੀਆਂ ਵੀ ਹੋ ਸਕਦੀਆਂ ਨੇ। ਸੋ ਸਿੱਧੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਜਿਹੜੇ 16 ਲੋਕ ਗ੍ਰਿਫਤਾਰ ਕੀਤੇ ਗਏ ਨੇ। ਸਿੱਧੀਆਂ ਤਸਵੀਰਾਂ ਜਿਹੜੀਆਂ ਨੇ ਉਹ 16 ਲੋਕਾਂ ਨੂੰ ਇਹ ਗ੍ਰਿਫਤਾਰ ਕੀਤਾ ਗਿਆ। ਦੱਸਦੇ ਕਿ ਇੱਕ ਢਾਬੇ ਤੋਂ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦੇ ਕੋਲੋਂ ਜਿਹੜੇ ਆ ਉਹ ਗੱਡੀਆਂ ਵੀ ਜ਼ਬਤ ਕੀਤੀਆਂ ਗਈਆਂ ਨੇ। ਹਥਿਆਰ ਬਰਾਮਦ ਹੋਏ ਨੇ। ਇਸ ਤੋਂ ਇਲਾਵਾ ਜਿਹੜੇ ਗੈਂਗਸਟਰ ਜਿਹੜੇ ਖਾਸ ਤੌਰ ਤੇ ਫੜੇ ਗਏ ਮੁਲਜ਼ਮਾਂ ਦੇ ਵਿੱਚ 4 ਗੈਂਗਸਟਰ ਦੱਸੇ ਜਾ ਰਹੇ ਨੇ। 4 ਗੈਂਗਸਟਰ ਨੇ। ਇਹ ਅਹਿਮ ਖਬਰ ਕਹਿ ਸਕਦੇ ਆ, ਅਪਡੇਟ ਕਹਿ ਸਕਦੇ ਆ। ਇਸ ਖਬਰ ਦੇ ਵਿੱਚ ਇਹਨਾਂ ਦੇ ਵਿੱਚੋਂ 4 ਗੈਂਗਸਟਰ ਨੇ। ਬਿਆਸ ਦੇ ਨੇੜੇ ਢਾਬਾ ਜਿੱਥੋਂ ਗ੍ਰਿਫਤਾਰ ਹੋਏ ਨੇ। 7 ਰਾਈਫਲ ਬਰਾਮਦ ਹੋਏ ਨੇ। 7 ਪਿਸਤੌਲ ਬਰਾਮਦ ਹੋਏ ਨੇ। ਪੁਲਿਸ ਨੇ ਵੈਪਨ ਜਾਣਾ ਇਹਨਾਂ ਨੇ ਕਿੰਨੀ ਦੇਰ ਹੋ ਗਈ ਮਾਰੀ ਜਾਂਦੇ। ਪ੍ਰੈਸ ਕਾਨਫਰੰਸ ਦੇ ਵਿੱਚ ਨਜ਼ਰ ਆ ਰਿਹਾ ਕਿ ਵੈਪਨ ਜਿਹੜੇ ਇਹਨਾਂ ਤੋਂ ਬਰਾਮਦ ਹੋਏ ਨੇ ਖਾਸ ਤੌਰ ਤੇ 7 ਰਾਈਫਲ ਨੇ ਔਰ 7 ਪਿਸਤੌਲ ਬਰਾਮਦ ਕੀਤੇ ਗਏ ਨੇ। ਤਾਂ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਉਹਨਾਂ ਦੇ ਵੱਲੋਂ ਵੈਪਨਸ ਦਿਖਾਏ ਜਾਣਗੇ जो थोड़ी देर ਦੇ पहुंच रहे हैं इस प्रेस कॉन्फ्रेंस ਦੇ ਵਿੱਚ। और खास तौर पर जानकारी भी दे दी गई है कि ये लोग पहला भी वारदात कर चुके हैं तो होर भी अगे करने की फिराक दे विच सन। ते नाल ही जानकारी ये भी है कि ब्यास के नेड़ले जिहड़े पिंड ने अमृतसर के रहने वाले ने उत्थों के नौजवान ने सारे 25 तो लैके 45-46 साल तक इन्हां दी उम्र हैगी है। जिन्हां नूं फड़िया गया तो 4 इस दे विचों गैंगस्टर भी ने। जिस तरह के नाल लगातार असीं आए दिन ही देख रहे हैं कि वारदातां सामने आउंदियां ने
ਅਣਪਛਾਤੇ ਲੋਕ ਆਉਂਦੇ ਨੇ, ਤਲਵਾਰਾਂ ਦੇ ਨਾਲ, ਹਥਿਆਰਾਂ ਦੇ ਨਾਲ ਹਮਲਾ ਕਰਕੇ ਚਲੇ ਜਾਂਦੇ ਨੇ ਔਰ ਅਜਿਹੇ ਕਈ ਨੌਜਵਾਨ ਨੇ ਜਿਹੜੇ ਕਿ ਪੂਰੀ ਤਰ੍ਹਾਂ ਦੇ ਨਾਲ ਇਸ ਕਾਲੀ ਦੁਨੀਆ ਦੇ ਵਿੱਚ ਲਿਪਤ ਹੁੰਦੇ ਨੇ। ਔਰ ਲਗਾਤਾਰ ਤਸਵੀਰਾਂ ਸਾਡੇ ਹਵਾਲੇ ਰਾਜੀਵ ਸ਼ਰਮਾ ਦੇ ਹਵਾਲੇ ਤੋਂ ਸਾਡੇ ਤੱਕ ਪਹੁੰਚ ਰਹੀਆਂ ਨੇ। ਰਾਜੀਵ, ਜੇਕਰ ਮੇਰੀ ਆਵਾਜ਼ ਆ ਪਾ ਰਹੀ ਹੈ ਤਾਂ ਹੁਣ ਤੱਕ ਇਹ ਕੁਝ ਅਪਡੇਟ ਦਿੱਤੀ ਗਈ ਹੈ, ਫਿਲਹਾਲ ਕੀ ਕੁਝ ਜਾਣਕਾਰੀ? जी हाँ, जो एसपी ने मनोज कुमार उन्होंने जानकारी दी है कि ये कुल 16 नौजवान ने जो कि अमृतसर तो इलावा तरन ताਰਨ ਅਤੇ ਜੋ ਆਸ-ਪਾਸ ਦੇ ਜ਼ਿਲ੍ਹੇ ਨੇ ਉਹਨਾਂ ਦੇ ਨਾਲ ਸੰਬੰਧਿਤ ਹਨ। ਤਾਂ ਹੁਣ ਜਿਹੜੀਆਂ ਤਸਵੀਰਾਂ ਇਸ ਵੇਲੇ ਸਾਡੇ ਕੈਮਰੇ ਦੇ ਰਾਹੀਂ ਜੋ ਦਰਸ਼ਕ ਇਸ ਵੇਲੇ ਜੁੜੇ ਨੇ ਤਾਂ ਉਹ ਜਿਹੜੇ ਇਹਨਾਂ ਦੇ ਕੋਲੋਂ ਹਥਿਆਰ ਫੜੇ ਗਏ ਨੇ ਜਾਂ ਜਿਹੜਾ ਅਸਲਾ ਬਰਾਮਦ ਹੋਇਆ ਹੁਣ ਉਹਦੀਆਂ ਤਸਵੀਰਾਂ ਵੀ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖੋਗੇ, ਉਹ ਪੁਲਿਸ ਵੱਲੋਂ ਹੁਣ ਦਿਖਾਈਆਂ ਜਾਣਗੀਆਂ। ਤਾਂ ਇਹ ਜਿਹੜੇ 16 ਦੇ 16 ਨੌਜਵਾਨ ਨੇ ਜੋ ਕਿ 20 ਤੋਂ 30 ਸਾਲ ਦੇ ਦਰਮਿਆਨ ਉਮਰ ਦੇ ਵਿੱਚ ਨੇ, ਤਾਂ ਇਹਨਾਂ ਦੇ ਕੋਲ ਜਿਹੜੀਆਂ ਰਾਈਫਲਾਂ ਬਰਾਮਦ ਕੀਤੀਆਂ ਗਈਆਂ ਨੇ ਉਹ ਵੀ ਹੁਣ ਪੁਲਿਸ ਅਧਿਕਾਰੀ ਇੱਥੇ ਲੈ ਕੇ ਪਹੁੰਚ ਰਹੇ। ਤਸਵੀਰਾਂ ਦੇ ਵਿੱਚ ਕਾਫੀ ਹੈਰਾਨ ਕਰਨ ਵਾਲੀਆਂ ਨੇ। ਤੁਸੀਂ ਦੇਖੋ ਜਿਹੜਾ ਅਸਲਾ ਬਿਲਕੁਲ ਤਸਵੀਰਾਂ ਅਸੀਂ ਵੇਖ ਰਹੇ ਹਾਂ। ਰਾਜੀਵ ਸ਼ੁਕਰੀਆ। ਫਿਲਹਾਲ ਤਸਵੀਰਾਂ ਸਾਨੂੰ ਵਿਖਾਉਂਦੇ ਰਹੋ ਲਗਾਤਾਰ। ਅੰਮ੍ਰਿਤਸਰ ਪੁਲਿਸ ਨੇ ਵੱਡਾ ਐਕਸ਼ਨ ਕੀਤਾ ਤਾਂ ਇਹ ਬਰਾਮਦਗੀਆਂ ਹੋਈਆਂ ਨੇ, ਕਾਰਤੂਸ ਬਰਾਮਦ ਹੋਏ ਨੇ ਜੋ ਤਸਵੀਰਾਂ 'ਚ ਨਜ਼ਰ ਆ ਰਿਹਾ ਹੈ ਔਰ ਇਹ ਰਾਈਫਲਸ ਬਰਾਮਦ ਹੋਈਆਂ ਨੇ। ਰਾਈਫਲਸ ਜਿਹੜੀਆਂ ਨੇ ਇਹਨਾਂ ਤੋਂ ਬਰਾਮਦ ਹੋਈਆਂ ਨੇ। 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। 7 ਜਿਹੜੇ ਪਿਸਤੌਲ ਨੇ ਉਹ ਨੇ, 7 ਜਿਹੜੀਆਂ ਰਾਈਫਲ ਨੇ ਉਹ ਨੇ ਜਿਨ੍ਹਾਂ ਨੂੰ ਬਰਾਮਦ ਕੀਤਾ ਗਿਆ। ਸੋ ਗੈਂਗਸਟਰ ਨੇ 4 ਇਹਨਾਂ ਦੇ ਵਿੱਚੋਂ ਵੱਡੀ ਵਾਰਦਾਤ ਜਿਹੜੀ ਹੈ ਸੁਭਾਵਿਕ ਤੌਰ ਤੇ ਇਹਨਾਂ ਨੇ ਕਰਨੀ ਸੀ ਕਿਉਂਕਿ ਅਜਿਹੇ ਇਹ ਹਥਿਆਰ ਜਿਹੜੇ ਨੇ ਇਹਨਾਂ ਦੇ ਕੋਲ ਰੱਖੇ ਗਏ ਸਨ ਔਰ ਇਕੱਠੇ ਢਾਬੇ ਤੇ ਬੈਠ ਕੇ ਹੋ ਸਕਦਾ ਕੋਈ ਜੁਗਤ ਕਰਦੇ ਹੋਣ, ਯਾਨੀ ਕਿ ਅੱਗੇ ਕੋਈ ਵਾਰਦਾਤ ਇਹਨਾਂ ਦੀ ਕਰਨ ਦੀ ਇਹ ਫਿਰਾਕ ਦੇ ਵਿੱਚ ਹੋਣ। ਸੋ ਗੋਲੀਆਂ ਜਿਹੜੀਆਂ ਨੇ ਬਰਾਮਦ ਹੋਈਆਂ ਨੇ, ਕਾਰਤੂਸ ਬਰਾਮਦ ਹੋਏ ਨੇ, ਰਾਈਫਲਸ ਜਿਹੜੀਆਂ ਨੇ 7 ਰਾਈਫਲਸ ਨੇ ਔਰ 7 ਹੀ ਜਿਹੜੇ ਨੇ ਉਹ ਪਿਸਤੌਲ ਨੇ ਜੋ ਬਰਾਮਦ ਕੀਤੇ ਗਏ। ਪੁਲਿਸ ਨੇ 3 ਗੱਡੀਆਂ ਵੀ ਇਹਨਾਂ ਤੋਂ ਜ਼ਬਤ ਕੀਤੀਆਂ ਨੇ। ਬਿਲਕੁਲ ਰਾਜੀਵ, ਕੀ ਕੁਝ ਹੋਰ ਜਾਣਕਾਰੀ ਕਿਉਂਕਿ ਅਸੀਂ ਤਸਵੀਰਾਂ ਲਗਾਤਾਰ ਦਰਸ਼ਕਾਂ ਤੱਕ ਪਹੁੰਚਾ ਪਾ ਰਹੇ ਹਾਂ। ਇਹ ਅਜੇ ਪੁਲਿਸ ਨੇ ਖੁਲਾਸਾ ਨਹੀਂ ਕੀਤਾ ਕਿ ਕਿਹੜੀ ਵਾਰਦਾਤ ਦੀ ਫਿਰਾਕ ਵਿੱਚ ਸਨ ਕਿਉਂਕਿ ਇੰਨਾ ਅਸਲਾ ਇਕੱਠਾ ਇਹਨਾਂ 16 ਲੋਕਾਂ ਦੇ ਕੋਲ ਸੀਗਾ। ਜੀ ਹਾਂ ਬਿਲਕੁਲ, ਕਿਉਂਕਿ ਜਦੋਂ ਤੋਂ ਪੰਜਾਬ ਦੇ ਵਿੱਚ ਨਵੀਂ ਸਰਕਾਰ ਬਣੀ ਹੈ ਉਦੋਂ ਤੋਂ ਹੀ ਲਗਾਤਾਰ ਸਰਕਾਰ ਦੀ ਅਤੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਹੋ ਰਹੇ ਸੀ ਕਿ ਲਾਅ ਐਂਡ ਆਰਡਰ ਜਿਹੜਾ ਉਹ ਲਗਾਤਾਰ ਵਿਗੜਦਾ ਜਾ ਰਿਹਾ। ਕਈ ਥਾਵਾਂ ਤੇ ਹੁਣ ਤੱਕ ਕਈ ਜਿਹੜੇ ਨੌਜਵਾਨਾਂ ਦੇ ਕਤਲ ਵੀ ਹੋ ਚੁੱਕੇ ਨੇ, ਉਹਨਾਂ ਦੇ ਵਿੱਚ ਭਾਵੇਂ ਉਹ ਕਬੱਡੀ ਖਿਡਾਰੀ ਹੋਣ ਜਾਂ ਫਿਰ ਹੋਰ ਜੋ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵਾਰਦਾਤਾਂ ਹੋਈਆਂ ਨੇ। ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਜੋ ਪੰਜਾਬ ਦੇ ਡੀਜੀਪੀ ਨੇ ਉਹਨਾਂ ਦੇ ਉੱਪਰ ਵੀ ਇੱਕ ਜਿਹੜਾ ਪ੍ਰੈਸ਼ਰ ਹੈ ਉਹ ਬਿਲਡ ਕੀਤਾ ਜਾ ਰਿਹਾ ਸੀ ਕਿ ਪੰਜਾਬ ਦੇ ਵਿੱਚ ਆਖਿਰਕਾਰ ਕਾਰਨ ਕੀ ਹੈ, ਕੌਣ ਲੋਕ ਨੇ ਜਿਹੜੀਆਂ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਔਰ ਸਿੱਧੇ ਤੌਰ ਤੇ ਜਿਹੜਾ ਜੇਲ੍ਹਾਂ ਦੇ ਵਿੱਚੋਂ ਨੈਟਵਰਕ ਚੱਲਦੇ ਨੇ ਜਾਂ ਫਿਰ ਜਿਹੜੇ ਗੈਂਗਸਟਰ ਨੇ, ਗੈਂਗਵਾਰ ਦੀਆਂ ਜਿਹੜੀਆਂ ਵਾਰਦਾਤਾਂ ਆਮ ਹੁੰਦੀਆਂ ਜਾ ਰਹੀਆਂ ਸੀ। ਤਾਂ ਉਸ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਜੋ ਹੈ ਉਹ ਡੀਜੀਪੀ ਵੱਲੋਂ ਵੱਖ-ਵੱਖ ਜਿਹੜੇ ਜ਼ਿਲ੍ਹਿਆਂ ਦੇ ਮੁਖੀ ਨੇ ਪੁਲਿਸ ਦੇ ਉਹਨਾਂ ਨੂੰ ਇਹ ਸਖਤ ਆਦੇਸ਼ ਦਿੱਤੇ ਗਏ ਸੀ ਕਿ ਐਸੀਆਂ ਕਾਰਵਾਈਆਂ ਦੇ ਵਿੱਚ ਜਿਹੜੇ ਲੋਕ ਸ਼ਾਮਲ ਨੇ ਜਿਨ੍ਹਾਂ ਦੀ ਕਿਸੇ ਤਰ੍ਹਾਂ ਦੀ ਵੀ ਸ਼ਮੂਲੀਅਤ ਹੈ ਉਹਨਾਂ ਦੇ ਖਿਲਾਫ ਜੋ ਹੈ ਕਾਰਵਾਈ ਸਖਤ ਕੀਤੀ ਜਾਵੇ, ਸ਼ਿਕੰਜਾ ਕੱਸਿਆ ਜਾਵੇ। ਤਾਂ ਉਸੇ ਦਾ ਹੀ ਨਤੀਜਾ ਹੈ ਕਿ ਬਿਆਸ ਦੇ ਨੇੜਿਓਂ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਕਿ ਇੱਕ ਢਾਬੇ ਦੇ ਉੱਪਰ ਇਹ ਸਾਰੇ ਨੌਜਵਾਨ ਜਿਹੜੇ ਨੇ ਤਾਂ ਔਰ ਜਿਹੜਾ ਹਥਿਆਰਾਂ ਦਾ ਜ਼ਖੀਰਾ ਇਸ ਵੇਲੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ। ਤਾਂ ਉਸ ਤੋਂ ਇਹ ਸਾਫ਼ ਤੌਰ ਤੇ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਆਖਿਰਕਾਰ ਪੰਜਾਬ ਦੇ ਵਿੱਚ ਜਿਹੜੀ ਨੌਜਵਾਨੀ ਹੈ ਪੰਜਾਬ ਦੀ ਉਹ ਕਿੱਧਰ ਨੂੰ ਜਾ ਰਹੀ ਹੈ। ਕਿਉਂਕਿ ਆਪਾਂ ਜਦੋਂ ਹਥਿਆਰਾਂ ਦੀ ਗੱਲ ਕਰਦੇ ਹਾਂ, ਭਾਵੇਂ ਉਹ ਪੰਜਾਬੀ ਗਾਣੇ ਹੋਣ, ਫਿਲਮਾਂ ਹੋਣ, ਉਹਨਾਂ ਦੇ ਵਿੱਚ ਇਹ ਤਸਵੀਰਾਂ ਦੇਖਣ ਨੂੰ ਮਿਲਦੀਆਂ ਨੇ, ਪਰ ਅੱਜ ਜਿਹੜੀ ਇਸ ਵੇਲੇ ਤਸਵੀਰ ਦਰਸ਼ਕ ਦੇਖ ਰਹੇ ਨੇ ਇਹ ਕਿਸੇ ਫਿਲਮ ਜਾਂ ਕੋਈ ਵੈਬ ਸੀਰੀਜ਼ ਨਹੀਂ ਬਲਕਿ ਅੰਮ੍ਰਿਤਸਰ ਦੇ ਜੋ ਦਿਹਾਤੀ ਪੁਲਿਸ ਦਾ ਜਿਹੜਾ ਦਫ਼ਤਰ ਹੈ ਜਿੱਥੇ ਇਸ ਵੇਲੇ ਉੱਥੋਂ ਦੇ ਜਿਹੜੇ ਦਿਹਾਤੀ ਦੇ ਐਸਪੀ ਨੇ ਮਨੋਜ ਕੁਮਾਰ ਉਹ ਖੁਦ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨਜ਼ਰ ਆ ਰਹੇ ਨੇ। ਤਾਂ ਇਹ ਚੀਜ਼ਾਂ ਫਿਲਮਾਂ ਦੇ ਵਿੱਚ ਤਾਂ ਜ਼ਰੂਰ ਸਾਨੂੰ ਵਧੀਆ ਲੱਗਦੀਆਂ ਨੇ, ਪਰ ਜਦੋਂ ਅਸੀਂ ਖੁਦ ਆਪਣੇ ਆਸ-ਪਾਸ ਐਸੀਆਂ ਵਾਰਦਾਤਾਂ ਨੂੰ ਦੇਖਦੇ ਹਾਂ ਨਾ ਕਿਤੇ ਨਾ ਕਿਤੇ ਇੱਕ ਡਰ ਦਾ ਮਾਹੌਲ ਜ਼ਰੂਰ ਪੈਦਾ ਹੁੰਦਾ। ਤਾਂ ਪੁਲਿਸ ਦਾ ਇਹੀ ਕਹਿਣਾ ਕਿ ਉਹਨਾਂ ਵੱਲੋਂ ਇੱਕ ਵੱਡੀ ਬਰਾਮਦਗੀ ਕੀਤੀ ਗਈ ਔਰ ਜਿਹੜੇ 16 ਨੌਜਵਾਨ ਨੇ ਉਹਨਾਂ ਦੇ ਵਿੱਚੋਂ 4 ਜਿਹੜੇ ਨੇ ਉਹ ਸਿੱਧੇ ਤੌਰ ਤੇ ਗੈਂਗਸਟਰ ਦੱਸੇ ਜਾ ਰਹੇ ਨੇ, ਯਾਨੀ ਕਿ ਉਹ ਪਹਿਲਾਂ ਵੀ ਬਹੁਤ ਸਾਰੀਆਂ ਜਿਹੜੀਆਂ ਵਾਰਦਾਤਾਂ ਭਾਵੇਂ ਲੁੱਟ ਖੋਹ ਦੀਆਂ ਵਾਰਦਾਤਾਂ ਹੋਣ ਜਾਂ ਕਤਲ ਦੀਆਂ ਵਾਰਦਾਤਾਂ ਹੋਣ ਤਾਂ ਐਸੀਆਂ ਵਾਰਦਾਤਾਂ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਜਿਹੜੀ ਉਹ ਪਹਿਲਾਂ ਵੀ ਰਹੀ ਹੈ। ਤਾਂ ਜਿਸ ਤਰ੍ਹਾਂ ਪਹਿਲਾਂ ਮੈਂ ਦੱਸਿਆ ਕਿ 20 ਤੋਂ 30 ਸਾਲ ਦੀ ਉਮਰ ਦੇ ਨੌਜਵਾਨ ਨੇ ਤਾਂ ਇਹਨਾਂ ਦੇ ਵਿੱਚ 1-2 ਲੋਕ ਐਸੇ ਵੀ ਸ਼ਾਮਲ ਨੇ ਜਿਨ੍ਹਾਂ ਦੀ ਉਮਰ 40 ਤੋਂ 45 ਸਾਲ ਹੈ। ਤਾਂ ਪੂਰਾ ਇੱਕ ਨੈਟਵਰਕ ਕਿਸ ਢੰਗ ਦੇ ਨਾਲ ਚੱਲਦਾ ਸੀ ਔਰ ਇਹ ਵੀ ਗੱਲ ਸਾਹਮਣੇ ਆ ਰਹੀ ਕਿ ਕੁਝ ਜਿਹੜੇ ਲੋਕਾਂ ਦੇ ਜਿਹੜੇ ਲਿੰਕ ਨੇ ਉਹ ਸਿਆਸੀ ਲੋਕਾਂ ਦੇ ਨਾਲ ਵੀ, ਸਿਆਸੀ ਪਾਰਟੀਆਂ ਦੇ ਨਾਲ ਵੀ ਇਹਨਾਂ ਦੇ ਜਿਹੜੇ ਤਾਰ ਉਹ ਜੁੜੇ ਹੋਏ ਨੇ। ਹਾਲਾਂਕਿ ਪੁਲਿਸ ਇਸ ਬਾਰੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ। ਉਹਨਾਂ ਦਾ ਕਹਿਣਾ ਕਿ ਜਾਂਚ ਦਾ ਵਿਸ਼ਾ ਹੈ, ਜਾਂਚ ਕੀਤੀ ਜਾ ਰਹੀ ਹੈ, ਜਾਂਚ ਤੋਂ ਬਾਅਦ ਹੋਰ ਖੁਲਾਸੇ ਵੀ ਹੋਣਗੇ। ਔਰ ਨਾਲ ਦੀ ਨਾਲ ਜਿਹੜੀ ਵੱਡੀ ਗੱਲ ਪੁਲਿਸ ਅਧਿਕਾਰੀ ਨੇ ਕਹੀ ਕਿ ਹੁਣ ਤੱਕ ਦੀ ਜਿਹੜੀ ਬਰਾਮਦਗੀ ਹੋਈ ਹੈ ਉਹ ਤਾਂ ਆਪਣੇ ਆਪ ਦੇ ਵਿੱਚ ਇੱਕ ਵੱਡੀ ਬਰਾਮਦਗੀ ਹੈ ਹੀ ਹੈ। ਰਾਈਫਲਾਂ ਨੇ, ਪਿਸਟਲ ਨੇ ਔਰ ਜਿੰਦਾ ਕਾਰਤੂਸ ਨੇ। ਤਾਂ ਜੇਕਰ ਇਹਨਾਂ ਦਾ ਇਸਤੇਮਾਲ ਕਿਸੇ ਇੱਕ ਥਾਂ ਤੇ ਕੀਤਾ ਜਾਂਦਾ ਤਾਂ ਕਿਉਂਕਿ ਇੱਥੇ ਮੈਂ ਵੀ ਦੱਸਣਾ ਚਾਹੁੰਦਾ ਕਿ ਅਸੀਂ ਪਿਛਲੇ 2 ਦਿਨਾਂ ਤੋਂ ਲਗਾਤਾਰ ਨਿਊਜ਼ 18 ਤੇ ਇੱਕ ਤਸਵੀਰ ਦਿਖਾ ਰਹੇ ਹਾਂ ਜਿਸ ਦੇ
ਵਿੱਚ ਬਹੁਤ ਸਾਰਾ ਗੱਡੀਆਂ ਦਾ ਵੱਡਾ ਕਾਫਲਾ ਨਜ਼ਰ ਆਉਂਦਾ। ਉਸ ਤੋਂ ਬਾਅਦ ਇੱਕ ਨੌਜਵਾਨ ਦਾ ਉਸੇ ਥਾਂ ਤੇ ਕਤਲ ਕਰ ਦਿੱਤਾ ਜਾਂਦਾ। ਤਾਂ ਕਿਤੇ ਨਾ ਕਿਤੇ ਇਹ ਪੂਰਾ ਇੱਕ ਨੈਕਸਸ ਹੈ, ਕਿਉਂਕਿ ਵੱਡੇ ਇਸ ਤਰੀਕੇ ਨਾਲ ਜਦੋਂ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਤਾਂ ਜਿਹੜੇ ਲੋਕਾਂ ਦੇ ਉੱਪਰ ਹਮਲਾ ਕੀਤਾ ਜਾਂਦਾ ਜਾਂ ਜਿਨ੍ਹਾਂ ਨੂੰ ਟਰੈਪ ਦੇ ਵਿੱਚ ਲਿਆ ਜਾਂਦਾ ਤਾਂ ਉਹ ਇੱਕ ਤਰੀਕੇ ਦੇ ਨਾਲ ਬੇਵਸ ਨਜ਼ਰ ਆਉਂਦੇ ਨੇ। ਤਾਂ ਜਿਸ ਤਰੀਕੇ ਨਾਲ ਇਹ ਕਿਹਾ ਜਾ ਰਿਹਾ ਕਿ 3 ਗੱਡੀਆਂ ਸੀ, 16 ਨੌਜਵਾਨ ਸੀ, ਤਾਂ ਜੇਕਰ ਇਹਨਾਂ ਵੱਲੋਂ ਕਿਸੇ ਵੀ ਥਾਂ ਤੇ ਕੋਈ ਹਮਲਾ ਕੀਤਾ ਜਾਂਦਾ ਤਾਂ ਹੋ ਸਕਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਇਹਨਾਂ ਵੱਲੋਂ ਕੀਤਾ ਜਾਣਾ ਸੀ। ਪਰ ਉਸ ਤੋਂ ਪਹਿਲਾਂ ਪੁਲਿਸ ਦਾ ਕਹਿਣਾ ਕਿ ਅਸੀਂ ਇਹਨਾਂ ਦੀ ਜਿਹੜੀ ਜੋ ਵੀ ਪਲੈਨਿੰਗ, ਹਾਲਾਂਕਿ ਉਸ ਪਲੈਨਿੰਗ ਬਾਰੇ ਵੀ ਖੁਲਾਸਾ ਨਹੀਂ ਕੀਤਾ ਜਾ ਰਿਹਾ, ਤਾਂ ਉਹਨਾਂ ਦੀ ਪਲੈਨਿੰਗ ਜ਼ਰੂਰ ਨਾਕਾਮ ਹੋਈ ਹੈ ਔਰ ਪੁਲਿਸ ਇਸ ਨੂੰ ਵੱਡੀ ਕਾਮਯਾਬੀ ਵੀ ਦੱਸ ਰਹੀ ਹੈ। ਔਰ ਇਹ ਵੀ ਨਾਲ ਦੀ ਨਾਲ ਇਸ਼ਾਰਾ ਕੀਤਾ ਜਾ ਰਿਹਾ ਕਿ ਹੋਰ ਵੀ ਬਰਾਮਦਗੀ ਜਿਹੜੀ ਹੈ ਉਹ ਇਹਨਾਂ ਦੀ ਪੁੱਛਗਿੱਛ ਤੋਂ ਬਾਅਦ ਹੋ ਸਕਦੀ ਹੈ। ਜੀ ਗੁਰਜੋਤ। ਬਿਲਕੁਲ ਰਾਜੀਵ, ਅਸੀਂ ਲਗਾਤਾਰ ਤਸਵੀਰਾਂ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ। ਖਾਸ ਤੌਰ ਤੇ ਕਾਫੀ ਅਹਿਮ ਹੈ ਕਿਉਂਕਿ ਸਰਹੱਦੀ ਸੂਬਾ ਹੈ, ਜੇਕਰ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ, ਔਰ ਇਹ ਹਥਿਆਰ ਕਿੱਥੋਂ ਉਹਨਾਂ ਨੂੰ ਸਪਲਾਈ ਹੁੰਦੇ ਨੇ। ਖਾਸ ਤੌਰ ਤੇ ਜੇਕਰ ਆਪਣੇ ਦੇਸ਼ ਪੱਧਰ ਤੇ ਗੱਲ ਕਰੀਏ ਕਿ ਦਿੱਲੀ ਵਾਲੇ ਪਾਸਿਓਂ ਜਾਂ ਹੋਰ ਵਾਲੇ ਪਾਸਿਓਂ ਇਹ ਹਥਿਆਰ ਸਪਲਾਈ ਹੁੰਦੇ ਨੇ ਜਾਂ ਫਿਰ ਅੰਮ੍ਰਿਤਸਰ ਬਿਲਕੁਲ ਬਾਰਡਰ ਤੇ ਹੈ ਕਿ ਉਧਰੋਂ ਦੂਸਰੇ ਪਾਸੇ ਦੇਸ਼ ਤੋਂ ਜਿਹੜੇ ਹਥਿਆਰ ਨੇ ਸਪਲਾਈ ਹੁੰਦੇ ਨੇ। ਤਾਂ ਕਾਫੀ ਅਹਿਮ ਸਵਾਲ ਨੇ ਔਰ ਲੱਗਦਾ ਹੈ ਕਿ ਸ਼ਾਇਦ ਰਿਮਾਂਡ ਜਦੋਂ ਮਿਲੇਗਾ ਉਸ ਤੋਂ ਬਾਅਦ ਹੀ ਜਿਹੜੇ ਖੁਲਾਸੇ ਨੇ ਉਹ ਹੋ ਸਕਦੇ ਨੇ, ਕਿਉਂਕਿ ਕਾਫੀ ਅਹਿਮ ਹੈ ਕਿ ਆਖਰਕਾਰ ਇਹ ਇਕੱਠੇ ਹਥਿਆਰ ਜਿਹੜੇ ਨੇ ਉਹ ਕਿਸ ਚੀਜ਼ ਵਾਸਤੇ ਲਿਆਂਦੇ ਗਏ ਸੀ, ਖਾਸ ਤੌਰ ਤੇ ਇੱਥੇ ਪਲੈਨਿੰਗ ਸੀ। ਸੋ ਕੀ ਕੁਝ ਅਪਡੇਟ ਸ਼ਾਇਦ ਅਧਿਕਾਰੀ ਜਿਹੜੇ ਨੇ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਖਤਮ ਕਰ ਦਿੱਤੀ ਗਈ ਹੈ। ਰਾਜੀਵ। ਗੁਰਜੋਤ, ਸਭ ਤੋਂ ਵੱਡੀ ਗੱਲ ਇਹ ਜਦੋਂ ਵੀ ਪੰਜਾਬ ਦੇ ਵਿੱਚ ਭਾਵੇਂ ਕੋਈ ਸਿਆਸੀ ਫੇਰ ਬਦਲ ਹੁੰਦਾ ਹੈ ਜਾਂ ਕੋਈ ਵੱਡੀ ਕਿਸੇ ਤਰੀਕੇ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਸਭ ਤੋਂ ਪਹਿਲਾਂ ਇਹ ਜ਼ਿਕਰ ਕੀਤਾ ਜਾਂਦਾ ਹੈ ਕਿ ਆਪਣਾ ਜਿਹੜਾ ਪੰਜਾਬ ਇੱਕ ਸਰਹੱਦੀ ਸੂਬਾ, ਬਾਰਡਰ ਸਟੇਟ ਦੀ ਗੱਲ ਕੀਤੀ ਜਾਂਦੀ ਹੈ ਔਰ ਬਹੁਤ ਨਾਜ਼ੁਕ ਹਾਲਾਤਾਂ ਦੇ ਵਿੱਚ ਪੰਜਾਬ ਪਹਿਲਾਂ ਵੀ ਲੰਘ ਚੁੱਕਿਆ। ਇਹ ਚਿੰਤਾ ਤਾਂ ਜ਼ਰੂਰ ਹਰ ਕੋਈ ਸਿਆਸੀ ਆਗੂ ਜ਼ਾਹਿਰ ਜਾਂ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਜ਼ਾਹਿਰ ਕਰਦੇ ਨੇ, ਪਰ ਇਸ ਚੀਜ਼ ਦੇ ਉੱਪਰ ਜੋ ਹੈ ਕੰਟਰੋਲ ਕਰਨ ਦੇ ਵਿੱਚ ਕਿਤੇ ਨਾ ਕਿਤੇ ਹਰ ਇੱਕ ਸਰਕਾਰ, ਹਰ ਇੱਕ ਜਿਹੜੇ ਤੰਤਰ ਹੈ ਸਾਡਾ, ਉਹ ਕਿਤੇ ਨਾ ਕਿਤੇ ਨਾਕਾਮ ਜ਼ਰੂਰ ਨਜ਼ਰ ਆਉਂਦਾ ਰਿਹਾ ਹੈ। ਤਾਂ ਹੁਣ ਵੀ ਬਹੁਤ ਵੱਡੇ ਵੱਡੇ ਦਾਅਵੇ ਜ਼ਰੂਰ ਕੀਤੇ ਜਾ ਰਹੇ ਨੇ, ਕਿਉਂਕਿ ਨੌਜਵਾਨ ਖਾਸ ਤੌਰ ਤੇ ਜਿਹੜੀ ਨੌਜਵਾਨੀ ਹੈ ਉਹ, ਕਿਉਂਕਿ ਇਹ ਕਿਹਾ ਜਾਂਦਾ ਕਿ ਨਸ਼ੇ ਦੇ ਵਿੱਚ ਜੇਕਰ ਨੌਜਵਾਨ ਜਾਂਦੇ ਨੇ ਤਾਂ ਉਸ ਦਾ ਕਾਰਨ ਬੇਰੁਜ਼ਗਾਰੀ ਹੈ, ਜੇਕਰ ਕੋਈ ਗੈਂਗਸਟਰ ਬਣਦਾ ਉਸ ਦਾ ਕਾਰਨ ਜੋ ਪੰਜਾਬੀ ਫਿਲਮਾਂ ਨੇ ਜਾਂ ਪੰਜਾਬੀ ਗਾਇਕ ਨੇ ਉਹਨਾਂ ਦੇ ਵੱਲੋਂ ਜਿਹੜਾ ਇਹ ਪਰੋਸਿਆ ਜਾਂਦਾ ਸਭ ਕੁਝ, ਇਸ ਕਰਕੇ ਨੌਜਵਾਨ ਪ੍ਰਭਾਵਿਤ ਹੁੰਦੇ ਨੇ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਚੀਜ਼ਾਂ ਨੂੰ ਰੋਕਣ ਦੇ ਲਈ ਸਰਕਾਰਾਂ ਜਾਂ ਪ੍ਰਸ਼ਾਸਨ ਕੀ ਕਰਦਾ। ਹੁਣ ਜੇਕਰ ਇਹ 16 ਨੌਜਵਾਨਾਂ ਨੂੰ ਫੜ ਲਿਆ ਗਿਆ, ਇਹਨਾਂ ਵੱਲੋਂ ਜੋ ਵੀ ਕਾਰਵਾਈ ਜਿਹੜੀ ਪਾਉਣੀ ਸੀ ਪੁਲਿਸ ਦਾ ਕਹਿਣਾ ਕਿ ਉਹਨੂੰ ਰੋਕ ਦਿੱਤਾ ਗਿਆ, ਪਰ ਅਜਿਹੇ ਕਈ ਹੋਰ, ਕਿਉਂਕਿ ਇਹ ਸਿਰਫ 16 ਨੌਜਵਾਨਾਂ ਦਾ ਮਾਮਲਾ ਨਹੀਂ। ਜ਼ਿਕਰ ਜ਼ਰੂਰ ਕਰੀਏ ਕਿਉਂਕਿ ਇਹ ਜਿਹੜੇ ਨੌਜਵਾਨ ਨੇ ਵੈਸੇ ਵੀ ਨਜ਼ਰ ਆਉਂਦਾ ਹੈ ਜਦੋਂ ਪਿਛੋਕੜ ਦੇਖਿਆ ਜਾਂਦਾ ਹੈ ਕਿ ਇਹ ਚੰਗੇ ਘਰਾਂ ਤੋਂ ਹੁੰਦੇ ਨੇ ਸਾਰੇ, ਔਰ ਖਾਸ ਤੌਰ ਤੇ ਵੀ ਜਾਣਕਾਰੀ ਕਿ ਵਿੱਚੋਂ 4 ਗੈਂਗਸਟਰ ਨੇ। ਠੀਕ ਹੈ, ਸਵਾਲ ਜਿਹੜਾ ਉਹ ਜ਼ਰੂਰ ਲੈਣਾ ਸੀ ਪਰ ਫਿਲਹਾਲ ਸਮੇਂ ਦੀ ਘਾਟ ਹੈ। ਧੰਨਵਾਦ ਹੈ ਰਾਜੀਵ, ਕਿਉਂਕਿ ਬੇਹੱਦ ਅਹਿਮ ਹੈ ਕਿ ਆਖਰਕਾਰ ਜਿਹੜੇ 4 ਗੈਂਗਸਟਰ ਨੇ ਉਹਨਾਂ ਦੇ ਤਾਰ ਕਿੱਥੇ ਜੁੜੇ ਨੇ, ਕਿਹੜੇ ਗਰੁੱਪ ਦੇ ਨਾਲ ਸੰਬੰਧਿਤ ਨੇ ਜਾਂ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੈ ਉਹਨਾਂ ਦੇ ਵੱਲੋਂ ਕੀਤੀ ਜਾਣੀ ਸੀ। ਸੋ ਸਿੱਧਾ ਚੱਲਦੇ ਹਾਂ, ਖਾਸ ਤੌਰ ਤੇ ਭਗਵੰਤ ਮਾਨ ਜਿਹੜੇ ਨੇ ਉਹ ਬੋਲ ਰਹੇ ਨੇ, ਉਹਨਾਂ ਦੇ ਵੱਲੋਂ ਗੱਲਬਾਤ ਜਿਹੜੀ ਹੈ ਕੀਤੀ ਜਾ ਰਹੀ ਹੈ। क्यों नहीं कर सकते, कर सकते हैं सब कुछ। एक टेम नदी है लंडन च, बहुत पोल्यूटेड सी, उन्होंने इन्ने वधिया तरीके नाल उस नदी नूं साफ कर लिया ते अज ओह लंडन शहर दी कमाऊ पुत दे वजों नदी जानी जाती है, इन्ने पैसे कमा दिंदी है। टूरिस्ट जिहड़े जांदे ने उस नदी दे विच उहनूं देखण जां उहदे विच बोटिंग चलदी है। कुछ भी किया जा सकता। नेक चंद जी ने कूड़े कबाड़े तो रॉक गार्डन बनाता, क्यों नहीं किया जा सकता। कुछ आइडियाज आउट ऑफ द बॉक्स आइडियाज तुहाडे कोल नवे नवे आइडिया ने, लिओ दिओ यूनिवर्सिटी नूं, दिओ यूनिवर्सिटी साडे तक पहुंचावे, लागू करिए। एक मैं एग्जांपल देना, एक कोई टूथपेस्ट की कंपनी सी, ना नहीं लेना मैं, उन्होंने अपनी सेल बढ़ाने बारे अपने सेल्समैन अपने सारे बुला ले। कोई कहता जी फलाने स्टार नूं, फिल्म स्टार नूं ब्रांड एंबेसडर ले लो, कोई कहता जी क्रिकेट के फलाने प्लेयर नूं ले लो। एक सीगा वो कहता जी कोई कुछ करने की लोड़ नहीं, कोई पैसा नहीं लगू, पर जिहड़े पैसे मैं लऊंगा वो पहला लऊंगा दसन तो, क्योंकि जो दसता गल तो गई, फिर तो कहें चल ठीक है दस। वो कहता जी अपना जो बहुत टाइट है, बहुत टाइट दब के लोगों को कढ़ना पैंदा है, ਉਹਨੂੰ ਨਾ ਬਿਨਾਂ ਦੱਸੇ ਖੁੱਲਾ ਕਰ ਦਿਓ, ਲੋਕਾਂ ਦੀ ਆਦਤ ਉਹੀ ਰਹੂਗੀ, ਆਂ ਦੱਬਣਗੇ ਇੰਨਾ ਆ ਗਿਆ। ਕਦੇ ਪੇਸਟ ਵਾਪਸ ਪਾਇਆ ਤੁਸੀਂ? ਪੇਸਟ ਕਦੇ ਵਾਪਸ ਪਾਇਆ? ਚਲ ਠੀਕ ਹੈ ਯਾਰ, ਜਿੰਨਾ ਆ ਗਿਆ ਠੀਕ ਹੈ, 40% ਸੇਲ ਵੱਧ ਗਈ। ਮਤਲਬ ਆਈਡੀਆਜ਼ ਨੇ, ਕਿਸੇ ਦਾ ਕੋਈ ਆਈਡੀਆ, ਕਿਸੇ ਦਾ ਕੋਈ ਆਈਡੀਆ। ਸੋ ਟੈਕਨੀਕਲੀ ਜੇ ਤੁਸੀਂ ਬੜੇ ਪਿੰਡਾਂ ਦੇ ਵਿੱਚ
बड़े बड़े मिस्त्री बैठे ने ਜਿਹੜੇ ਕਦੇ ਕਾਲਜ ਨਹੀਂ ਗਏ ਔਰ ਐਸੇ ਐਸੇ ਇੰਜਣ ਬੰਨ ਦਿੰਦੇ ਨੇ ਉਹ ਜਿਹੜੇ ਬਿਲਕੁਲ ਬੇਕਾਰ ਸੀ ਨੂੰ ਜਵਾਬ ਦੇ ਦਿੰਦੇ ਆ ਕਿ ਇਹ ਇੰਜਣ ਚੱਲਣਾ ਨਹੀਂ ਉਹ ਕੋਈ ਨਾ ਕੋਈ ਜੁਗਾੜ ਲਾ ਲੈਂਦੇ ਆ ਸੋ ਟੈਕਨੀਕਲੀ ਸਟਰੋਂਗ ਟੈਕਨੀਕਲੀ ਸਿੱਖਿਅਤ ਜੇ ਤੁਸੀਂ ਹੈਗੇ ਹੋ ਤਾਂ ਤੁਸੀਂ ਤੋਂ ਦੁਨੀਆ 'ਚ ਕਿਤੇ ਮਾਰ ਨਹੀਂ ਖਾ ਸਕਦੇ ਔਰ ਆਪਣੇ ਕਮਾਓਗੇ ਇੱਕ ਬੜੀ ਵਧੀਆ ਐਗਜ਼ਾਮਪਲ ਹੈ ਇੱਕ ਬਜ਼ੁਰਗ ਸੀ ਉਹਦਾ ਮੁੰਡਾ ਨਿਕੰਮਾ ਸੀ ਨਿਖੱਟੂ ਸੀ ਕੰਮ ਨਹੀਂ ਕਰਦਾ ਸੀ ਉਹ ਕਹਿੰਦਾ ਮੈਂ ਸਾਰੀ ਜ਼ਮੀਨ ਗੁਰਦੁਆਰਾ ਸਾਹਿਬ ਦੇ ਨਾਮ ਲਾ ਦੇਣੀ ਹੈ ਮੰਜੇ ਤੇ ਪੈ ਗਿਆ ਰਿਸ਼ਤੇਦਾਰ ਆਏ ਕਹਿੰਦੇ ਜੀ ਕੀ ਗੱਲ ਹੋ ਗਈ ਕਹਿੰਦੇ ਇਹਨੂੰ ਕਹੇ 100 ਰੁਪਏ ਕਮਾ ਕੇ ਲਿਆਏ ਉਹ ਰਿਸ਼ਤੇਦਾਰਾਂ ਨੇ ਕਿਹਾ ਯਾਰ ਤੇਰਾ ਬਾਪੂ ਸਨ ਕੀ ਹੈ ਫੈਸਲੇ ਲੈਣ 'ਚ ਟਾਈਮ ਨਹੀਂ ਲਾਉਂਦਾ ਤੂੰ ਕਮਾ ਲਿਆ 100 ਰੁਪਏ ਉਹ ਹੁਣ ਕਦੇ ਕੰਮ ਕੀਤਾ ਨਹੀਂ ਸੀ ਉਹ ਗਿਆ ਕਿਸੇ ਤੋਂ ਉਧਾਰ ਫੜ ਲਿਆ 100 ਰੁਪਏ ਲਿਆ ਕੇ ਬਾਪੂ ਨੂੰ ਦੇਤਾ ਕਹਿੰਦਾ ਲਓ ਜੀ ਮੈਂ ਕਮਾ ਲਿਆ ਬਾਪੂ ਜੀ ਨੇ ਉਹ 100 ਰੁਪਇਆ ਟੁਕੜੇ ਟੁਕੜੇ ਕਰਕੇ ਫਾੜ ਕੇ ਸੁੱਟਤਾ ਕਹਿੰਦਾ ਹਾਂਜੀ ਦੱਸੋ ਹੁਣ ਕਹਿੰਦਾ 100 ਰੁਪਏ ਹੋਰ ਕਮਾ ਕੇ ਲਿਆ ਹਰ ਰੋਜ਼ ਤਾਂ ਉਧਾਰ ਨਹੀਂ ਮਿਲਦੀ 50 ਰੁਪਏ ਦਾ ਕੋਈ ਬੱਲੋ ਬੱਲੋ ਵੇਚਤਾ 50 ਰੁਪਏ ਇਧਰ ਉਧਰ ਫੇਰ ਕਰ ਲਏ 100 ਫੇਰ ਕਮਾ ਲਿਆ ਕੰਮ ਨਹੀਂ ਕੀਤਾ ਉਹਨੇ ਫੇਰ ਫਾੜ ਕੇ ਸੁੱਟਤਾ ਉਹ ਫੇਰ ਦੇਖੀ ਜਾਵੇ ਕਹਿੰਦਾ ਦੱਸੋ ਜੀ ਹੁਣ ਕਹਿੰਦਾ 100 ਹੋਰ ਕਮਾ ਕੇ ਲਿਆ ਹੁਣ ਹਰ ਰੋਜ਼ ਚੋਰੀ ਵੀ ਨਹੀਂ ਹੁੰਦੀ ਹਰ ਰੋਜ਼ ਉਧਾਰ ਵੀ ਨਹੀਂ ਮਿਲਦੀ ਸੱਚੀ ਮੁੱਚੀ ਤੀਜੇ ਦਿਨ ਕੰਮ ਕਰਨਾ ਪੈ ਗਿਆ ਸੜਕ ਤੇ ਰੋੜੀ ਕੁੱਟ ਕੇ ਦੁਰਮਟ ਨਾਲ ਤੇ 100 ਰੁਪਏ ਕਮਾਇਆ ਲਿਆ ਕੇ ਦਿੱਤਾ ਜਦੋਂ ਉਹ ਫਾੜ ਕੇ ਸੁੱਟਿਆ ਤਾਂ ਉਸ ਮੁੰਡੇ ਨੇ ਕੱਲਾ ਕੱਲਾ ਟੁਕੜਾ ਥੱਲੋਂ ਚੱਕਿਆ ਕਹਿੰਦਾ ਬਾਪੂ ਜੀ ਕਿਉਂ ਪਾੜੀ ਜਾਂਦੇ ਹੋ ਹੱਥਾਂ ਤੇ ਛਾਲੇ ਹੋ ਗਏ ਕਮਾਉਂਦਿਆਂ ਦੇ ਤਾਂ ਬਾਪੂ ਕਹਿੰਦਾ ਬੇਟਾ ਅੱਜ ਤੇਰੇ ਨੇ ਇਸ ਤੋਂ ਪਹਿਲਾਂ ਵੀ ਮੈਂ 100 ਰੁਪਏ ਪਾੜ ਕੇ ਸੁੱਟਦਾ ਰਿਹਾ ਤੈਨੂੰ ਦਰਦ ਨਹੀਂ ਹੁੰਦਾ ਸੀ ਕਿਉਂਕਿ ਤੇਰੇ ਨਹੀਂ ਸੀ ਸੋ ਜਦੋਂ ਆਪਣੇ ਕਮਾਓਗੇ ਨਾ ਤਾਂ ਖਰਚਣ ਵੇਲੇ ਦੁਕਾਨਦਾਰ ਨਾਲ 2-3 ਵਾਰੀ ਬਹਿਸ ਵੀ ਕਰੋਗੇ ਠੀਕ ਲਾ ਲੈ ਯਾਰ ਜਦੋਂ ਮਾਪਿਆਂ ਦੇ ਖਰਚਣੇ ਹੋਣ ਫਿਰ ਚੱਕ ਦਿਓ ਕੋਈ ਗੱਲ ਨਹੀਂ ਸੋ ਇਸ ਕਰਕੇ ਆਪ ਸੈਲਫ ਡਿਪੈਂਡੈਂਟ ਗਵਰਨਰ ਸਾਹਿਬ ਨਾਲ ਗੱਲ ਕਰ ਰਹੇ ਸੀ ਅੱਜ ਇੰਨੀਆਂ ਡਿਗਰੀਆਂ ਨੇ ਮੈਨੂੰ ਲੱਗਦਾ 70 ਤੋਂ 75% ਤਾਂ ਕੁੜੀਆਂ ਸੀ ਤੇ ਅਸੀਂ ਜੰਮਣ ਤੋਂ ਪਹਿਲਾਂ ਹੀ ਮਾਰੀ ਜਾਂਦੇ ਆ ਇਹਨਾਂ ਨੂੰ ਮਾਹੌਲ ਤਾਂ ਦਿਓ ਉੱਡਣ ਦਾ ਮਾਹੌਲ ਤਾਂ ਦਿਓ ਪੜਨ ਦਾ ਮਾਹੌਲ ਮਿਲ ਜੇ ਕੋਈ ਕਮੀ ਨਹੀਂ ਟੈਲੈਂਟ ਦੀ ਮਾਹੌਲ ਮਿਲੇ ਬਸ ਪਾਰਲੀਮੈਂਟ ਦੇ ਵਿੱਚ ਮੈਂ ਵਿਮਨ ਡੇ ਤੇ ਮੈਂ ਬੋਲਿਆ ਸੀਗਾ ਇੱਕ ਸ਼ੇਰ ਹੈ ਕਿ ਇੱਕ ਕੁੜੀ ਜਿਹੜੀ ਹਜੇ ਪੈਦਾ ਨਹੀਂ ਹੋਈ ਬੱਚੀ ਮਾਂ ਦੇ ਪੇਟ ਚੋਂ ਮਾਂ ਨਾਲ ਗੱਲ ਕਰ ਰਹੀ ਹੈ ਉਹ ਕਹਿੰਦੀ ਆ ਜਾ ਬੈਠ ਨਹੀਂ ਮਾਏ ਗੱਲਾਂ ਕਰੀਏ ਕੰਮ ਦੀਆਂ ਆ ਜਾ ਬੈਠ ਨਹੀਂ ਮਾਏ ਗੱਲਾਂ ਕਰੀਏ ਕੰਮ ਦੀਆਂ ਰਾਜਗੁਰੂ ਸੁਖਦੇਵ ਭਗਤ ਸਿੰਘ ਮਾਵਾਂ ਹੀ ਨੇ ਜੰਮਦੀਆਂ ਕੀ ਪਤਾ ਮੈਂ ਜੰਮ ਦੇਵਾਂ ਕੋਈ ਅਗੰਮੜਾ ਮਰਦ ਨਹੀਂ ਮਾਏ ਕੁੱਖ ਦੇ ਵਿੱਚ ਨਾ ਕਤਲ ਕਰਾਈ ਆਹੀ ਮੇਰੀ ਅਰਜ਼ ਨਹੀਂ ਮਾਏ ਸੋ ਮਾਪਿਆਂ ਨੂੰ ਪ੍ਰਾਊਡ ਹੋਊਗਾ ਅੱਜ ਇਹਨਾਂ ਦੇ ਕੁੜੀਆਂ ਦੇ ਮਾਪਿਆਂ ਨੂੰ ਕਿ ਸਾਡੀਆਂ ਕੁੜੀਆਂ ਨੇ ਮੱਲਾ ਮਾਰੀਆਂ ਨੇ ਔਰ ਤੁਹਾਨੂੰ ਦੇਖ ਕੇ ਹੋਰ ਬਹੁਤ ਸਾਰੇ ਮਾਪੇ ਕਹਿਣਗੇ ਹਾਂ ਉਹਨਾਂ ਦੀ ਕੁੜੀ ਵਾਂਗੂ ਭਾਈ ਤੂੰ ਵੀ ਪੜ ਉੱਥੇ ਇਹ ਜੋਤ ਨਾਲ ਹੀ ਜੋਤ ਜਗਦੀ ਹੈ ਨਾ ਯੰਗੈਸਟ ਕੰਟਰੀ ਔਨ ਦਾ ਅਰਥ ਇੰਡੀਆ 65% ਨੇ ਜਿਹੜੇ 35 ਸਾਲ ਤੋਂ ਥੱਲੇ ਨੇ ਕਿਉਂ ਨਹੀਂ ਆਪਾਂ ਮਤਲਬ ਦੁਨੀਆ ਦੀ ਪਾਵਰ ਬਣ ਸਕਦੇ ਬਣਾਂਗੇ ਮਿਲ ਕੇ ਚੱਲਾਂਗੇ ਲੋਕਤੰਤਰ ਹੈ ਬਿਗੇਸਟ ਡੈਮੋਕ੍ਰੇਸੀ ਆ ਦੇਖ ਲਓ ਤੁਸੀਂ ਕੀ ਹੋਈ ਜਾਂਦਾ ਉੱਥੇ ਹੋ ਗਿਆ ਹੋਣਾ ਕੰਮ ਮੈਨੂੰ ਲੱਗਦਾ 11 ਵਜੇ ਸੀ ਆ ਨਾਲ ਦੇ ਕੰਟਰੀ 'ਚ ਆਜ਼ਾਦ ਇੱਕ ਦਿਨ ਪਹਿਲਾਂ ਹੋਇਆ ਸੀ 14 ਅਗਸਤ ਨੂੰ ਪਾਕਿਸਤਾਨ ਪਰ ਡੈਮੋਕ੍ਰੇਸੀ ਨਹੀਂ ਹੈਗੀ ਨੋ ਇਲੈਕਸ਼ਨ ਕਮਿਸ਼ਨ ਜਦੋਂ ਕੋਈ ਵੀ ਪ੍ਰਧਾਨ ਮੰਤਰੀ ਪਾਕਿਸਤਾਨ ਦੇ ਵਿੱਚ ਐਕਸ ਨਹੀਂ ਹੈਗਾ ਜਾਂ ਤਾਂ ਬਾਹਰ ਭੱਜਣਾ ਪਊ ਜਾਂ ਮਾਰ ਦਿੰਦੇ ਹਾਂਜੀ ਨਵਾਜ਼ ਸ਼ਰੀਫ ਐਂਡ ਪਰਵੇਜ਼ ਮੁਸ਼ਰਫ ਭੱਜੇ ਹੋਏ ਨੇ ਅੱਜ ਪਤਾ ਨਹੀਂ ਇਮਰਾਨ ਦਾ ਕੀ ਹੋਊਗਾ ਕਿਉਂਕਿ ਡੈਮੋਕ੍ਰੇਸੀ ਹੈ ਨਹੀਂ ਸੋ ਬਿਗੇਸਟ ਡੈਮੋਕ੍ਰੇਸੀ ਹੈ ਆਪਣੇ ਕੋਲੇ ਔਰ ਇਲੈਕਸ਼ਨ ਕਮਿਸ਼ਨ ਸੁਪਰੀਮ ਕੋਰਟ ਹਾਈ ਕੋਰਟ ਬਹੁਤ ਐਸੀਆਂ ਕਨਸਟੀਟਿਊਸ਼ਨਲ ਇੰਸਟੀਟਿਊਸ਼ਨਸ ਨੇ ਜਿਹੜੇ ਰਨ ਕਰਦੇ ਆ ਕੰਟਰੀ ਨੂੰ ਕੋਈ ਜ਼ਬਰਦਸਤੀ ਜਾਂ ਕੋਈ ਹੋਰ ਨਹੀਂ ਪਬਲਿਕ ਜਦੋਂ ਮਰਜ਼ੀ ਚਾਹੇ ਲੋਕ ਅਰਸ਼ ਤੇ ਪਬਲਿਕ ਜਦੋਂ ਚਾਹੇ ਬੰਦਾ ਫਰਸ਼ ਤੇ ਸੋ ਮੈਂ ਇੱਕ ਐਗਜ਼ਾਮਪਲ ਦਿੰਦਾ ਫਿਰ ਮੈਂ ਬੈਠ ਜਾਊਂਗਾ ਕਿਉਂਕਿ ਗਵਰਨਰ ਸਾਹਿਬ ਨਾਲ ਅਸੀਂ ਫਾਜ਼ਿਲਕਾ ਵੀ ਜਾਣਾ ਹੈ
ਜਿਸ ਵੇਲੇ ਜਾਨਵਰਾਂ ਦੇ ਵਿੱਚ ਸਰਕਸ ਦੇ ਵਿੱਚ ਜਾਨਵਰਾਂ ਦਾ ਖੇਲ ਦਿਖਾਇਆ ਜਾਂਦਾ ਸੀ, ਜਿਸ ਵੇਲੇ ਵਾਜਪਾਈ ਸਾਹਿਬ ਦੀ ਗਵਰਨਮੈਂਟ ਸੀ ਤੇ ਮੇਨਕਾ ਗਾਂਧੀ ਜੀ, ਸ਼੍ਰੀਮਤੀ ਮੇਨਕਾ ਗਾਂਧੀ ਮਿਨਿਸਟਰ ਬਣ ਗਏ, ਉਹਨਾਂ ਨੇ ਬੈਨ ਲਾਤਾ ਕਿ ਤੁਸੀਂ ਟਾਰਚਰ ਕਰਦੇ ਹੋ ਜਾਨਵਰਾਂ ਨੂੰ, ਸਰਕਸ ਦੇ ਵਿੱਚ ਤੁਸੀਂ ਨਹੀਂ ਕਰ ਸਕਦੇ। ਓਲੰਪੀਆ ਸਰਕਸ ਸੀ ਇੱਕ ਕੋਲਕਾਤਾ ਦੀ, ਉਹਨਾਂ ਕੋਲ 10 ਸ਼ੇਰ ਤੇ 7 ਹਾਥੀ ਸੀ। ਹੁਣ ਉਹ ਜਾਨਵਰਾਂ ਦਾ ਖੇਡ ਬੰਦ ਹੋ ਗਿਆ, ਪਰ ਜਾਨਵਰ ਹਰ ਰੋਜ਼ ਸ਼ੇਰ ਮੀਟ ਖਾਂਦੇ ਸੀ, ਹਾਥੀ ਚਾਰਾ ਖਾਂਦੇ ਸੀ, ਲੱਖਾਂ ਰੁਪਈਆਂ ਦਾ ਖਰਚਾ ਹੋ ਰਿਹਾ ਸੀ, ਇਨਕਮ ਹੈ ਨਹੀਂ ਸੀ। ਥੋੜੇ ਦਿਨਾਂ ਬਾਅਦ ਉਹਨਾਂ ਨੇ ਦੇਖਿਆ ਚਲੋ ਠੀਕ ਹੈ, ਫਿਰ ਆਪਾਂ ਕੀ ਕਰੀਏ। ਉਹਨਾਂ 10 ਸ਼ੇਰਾਂ ਨੂੰ ਆਪਣੇ ਟਰੱਕ 'ਚ ਚੜਾ ਕੇ ਬੰਗਾਲ ਦੇ ਜੰਗਲਾਂ 'ਚ ਛੱਡੇ। 10-12 ਦਿਨਾਂ ਬਾਅਦ ਪਤਾ ਲੱਗਿਆ ਉਹਨਾਂ 10 ਸ਼ੇਰਾਂ 'ਚੋਂ 7 ਸ਼ੇਰਾਂ ਨੂੰ ਜੰਗਲੀ ਕੁੱਤੇ ਖਾ ਗਏ। ਕਿਵੇਂ? ਕਿਉਂ? ਕਿਉਂਕਿ ਉਹ ਬਣਿਆ ਬਣਾਇਆ ਮੀਟ ਖਾਣ ਦੇ ਆਦੀ ਹੋ ਗਏ ਸੀ। ਉਹ ਆਪਣਾ ਟੈਲੈਂਟ ਭੁੱਲ ਗਏ ਸ਼ੇਰ ਕੇ ਸਾਡੇ ਪੰਜਿਆਂ 'ਚ ਕਿੰਨੀ ਦਾ ਜਾਨ ਹੈ, ਸਾਡੀਆਂ ਜਵਾੜਾਂ 'ਚ ਕਿੰਨੀ ਦਾ ਜਾਨ ਹੈ। ਉਦੋਂ ਕੁੱਤੇ ਭੁੱਖੇ ਮਰਦੇ ਸ਼ਿਕਾਰੀ ਬਣ ਗਏ। ਉਹ ਕਹਿੰਦੇ ਮਰਨਾ ਭੁੱਖ ਨਾਲ ਵੀ, ਆ ਜਾਓ ਇਕੱਠੇ ਹੋ ਕੇ ਸ਼ੇਰ ਘੇਰ ਲੈਂਦੇ ਆ। ਸੋ ਇੱਥੋਂ ਕੀ ਸਿੱਖਿਆ ਮਿਲਦੀ ਹੈ? ਜਿਹੜੇ ਪੇਰੈਂਟਸ, ਜਿਹੜੇ ਮਾਪੇ ਆਪਣੇ ਬੱਚਿਆਂ ਲਈ ਵੱਡੇ ਵੱਡੇ ਬੈਂਕ ਬੈਲੈਂਸ, ਬਹੁਤ ਬੜੀਆਂ ਪ੍ਰਾਪਰਟੀਆਂ ਜੀ ਉਹ ਛੱਡ ਕੇ ਜਾਂਦੇ ਨੇ, ਅਸਲ 'ਚ ਉਹ ਆਪਣੇ ਬੱਚਿਆਂ ਨੂੰ ਸਰਕਸ ਦੇ ਸ਼ੇਰ ਬਣਾ ਜਾਂਦੇ ਨੇ। ਮੈਂ ਤੁਹਾਨੂੰ ਬੇਨਤੀ ਕਰਦਾ, ਭਾਵੇਂ 2 ਦਿਨ ਭੁੱਖੇ ਰਹਿ ਲਓ, ਪਰ ਆਪਣਾ ਸ਼ਿਕਾਰ ਆਪ ਮਰ ਕੇ ਖਾਓ, ਜੰਗਲ ਦੇ ਸ਼ੇਰ ਬਣ। ਬਾਕੀ ਰਹੀ ਫਾਈਨੈਂਸਿਸ ਦੀ ਗੱਲ, 5 ਕਰੋੜ ਤਾਂ ਹੁਣੇ ਜਾਰੀ ਹੋਇਆ ਵਿਕਾਸ ਜੀ, 5 ਕਰੋੜ ਰੁਪਇਆ ਹੈ ਜੀ, ਹਾਂਜੀ। ਤੇ ਬਾਕੀ ਮੈਂ ਕਦੇ ਵੀ ਵਿਦਿਆ ਵਾਸਤੇ ਕੋਈ ਹੱਥ ਨਹੀਂ ਘੁੱਟਿਆ। ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਵਿਦਿਆ ਮਨੁੱਖ ਦਾ ਤੀਜਾ ਨੇਤਰ, ਤੇ ਵਿਦਿਆ ਕਰਜ਼ੇ ਥੱਲੇ ਨਹੀਂ ਰਹਿਣੀ ਚਾਹੀਦੀ। ਤੁਸੀਂ ਜਿਵੇਂ ਕਹੋਗੇ ਉਵੇਂ ਕਰਦੇ ਰਹਾਂਗੇ, ਤੁਹਾਡੇ ਨਾਲ। ਬਹੁਤ ਬਹੁਤ ਧੰਨਵਾਦ ਔਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਸੋ ਭਗਵੰਤ ਮਾਨ ਬਠਿੰਡਾ ਦੀ ਪੀਟੀਯੂ ਦੇ ਵਿੱਚ ਸਿੱਧੇ ਤੌਰ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ ਔਰ ਵੱਖ-ਵੱਖ ਉਦਾਹਰਨਾਂ ਦੇ ਕੇ ਉਹਨਾਂ ਨੇ ਕਹਿ ਸਕਦੇ ਆ ਕਿ ਉਹਨਾਂ ਦਾ ਹੌਸਲਾ ਵਧਾਇਆ ਔਰ ਭਵਿੱਖ ਦੇ ਵਿੱਚ ਕਿਵੇਂ ਬੱਚਿਆਂ ਦੇ ਵੱਲੋਂ ਉਡਾਰ ਭਰਨੀ ਆ, ਉਹਨਾਂ ਨੇ ਉਡਾਰੀ ਭਰਨੀ ਆ, ਉਸ ਨੂੰ ਲੈ ਕੇ ਵੱਡੇ ਸੁਨੇਹੇ ਜਿਹੜੇ ਨੇ ਉਹਨਾਂ ਨੂੰ ਦਿੰਦੇ ਹੋਏ ਨਜ਼ਰ ਆਏ ਨੇ ਔਰ ਕਾਫੀ ਵੱਖ-ਵੱਖ ਜਿਹੜੀਆਂ ਐਗਜ਼ਾਮਪਲਸ ਨੇ, ਉਦਾਹਰਨਾਂ ਨੇ, ਉਹ ਵੀ ਉਹਨਾਂ ਨੇ ਦਿੱਤੀਆਂ ਨੇ। ਸੋ ਸੰਬੋਧਨ ਕੀਤਾ ਗਿਆ ਔਰ ਖਾਸ ਤੌਰ ਤੇ ਫਾਈਨਾਂਸ ਨੂੰ ਲੈ ਕੇ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਆਖਰਕਾਰ ਕਿਵੇਂ ਅੱਗੇ ਵਾਸਤੇ ਜਿਹੜਾ ਚਲਾਉਣਾ ਹੈ, ਕਿਉਂਕਿ ਵਿਦਿਆ ਨੂੰ ਲੈ ਕੇ ਉਹਨਾਂ ਦਾ ਕਹਿਣਾ ਕਿ ਮੈਂ ਕਦੇ ਹੱਥ ਨਹੀਂ ਕੁੱਟਿਆ। ਸੋ ਆਪਣੀ ਸਪੀਚ ਦੇ ਵਿੱਚ ਕਾਫੀ ਕੁਝ ਬੋਲਦੇ ਹੋਏ ਭਗਵੰਤ ਮਾਨ ਨਜ਼ਰ ਆਏ ਨੇ। ਸੋ ਪੀਟੀਓ ਬਠਿੰਡਾ ਦੇ ਵਿੱਚ ਦੱਸ ਦਈਏ ਕਿ ਕਨਵੋਕੇਸ਼ਨ ਚੱਲ ਰਹੀ ਹੈ, ਯਾਨੀ ਕਿ ਡਿਗਰੀਆਂ ਜਿਹੜੀਆਂ ਨੇ ਉਹ ਵੰਡੀਆਂ ਜਾ ਰਹੀਆਂ ਨੇ ਔਰ ਸੀਐਮ ਭਗਵੰਤ ਮਾਨ ਤੇ ਨਾਲ ਹੀ ਰਾਜਪਾਲ ਜਿਹੜੇ ਨੇ ਉਹ ਖੁਦ ਪਹੁੰਚੇ ਨੇ। ਉਹਨਾਂ ਦੇ ਵੱਲੋਂ ਜਾ ਕੇ ਉੱਥੇ ਪਹੁੰਚ ਕੇ ਜਿੱਥੇ ਹੌਸਲਾ ਅਫਜ਼ਾਈ ਬੱਚਿਆਂ ਦੀ ਕੀਤੀ ਗਈ ਹੈ ਤਾਂ ਉੱਥੇ ਦੂਸਰੇ ਪਾਸੇ ਸੰਬੋਧਨ ਵੀ ਕੀਤਾ ਗਿਆ ਤੇ ਦੱਸਿਆ ਗਿਆ ਕਿ ਕਿਵੇਂ ਅੱਗੇ ਵਾਸਤੇ ਜਿਹੜਾ ਉਹ ਕਹਿ ਸਕਦੇ ਆ ਕਿ ਭਵਿੱਖ ਦਾ ਪਾਠ ਪੜਾਇਆ, ਕਿਵੇਂ ਜ਼ਿੰਦਗੀ ਦੇ ਵਿੱਚ ਸਰਵਾਈਵ ਕਰਨਾ। ਵੱਖੋ-ਵੱਖ ਉਦਾਹਰਨਾਂ ਉਹਨਾਂ ਨੇ ਦਿੱਤੀਆਂ ਨੇ, ਪੇਸਟ ਨੂੰ ਲੈ ਕੇ ਉਦਾਹਰਨ ਦਿੱਤੀ ਹੈ, ਇਸ ਤੋਂ ਇਲਾਵਾ ਹੋਰ ਉਦਾਹਰਨਾਂ ਦਿੰਦੇ ਹੋਏ ਨਜ਼ਰ ਆਏ ਨੇ। ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਖਾਸ ਤੌਰ ਤੇ ਜਿਹੜਾ ਕੁੜੀਆਂ ਨੂੰ ਵੀ ਲੈ ਕੇ ਹੱਲਾਸ਼ੇਰੀ ਦਿੱਤੀ ਹੈ ਔਰ ਕਿਹਾ ਕਿ 75% ਜਿਹੜੀਆਂ ਕੁੜੀਆਂ ਨੇ ਇੱਥੇ ਬਾਜ਼ੀ ਮਾਰੀ ਹੈ।